ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ BBC ਪੰਜਾਬ। ਮੈਂ ਦਲਜੀਤ ਅਜਨੂਹਾ। ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਦੇ ਇਤਿਹਾਸ ਤੋਂ ਆਪਣੇ ਲੋਕਾਂ ਨੂੰ, ਆਪਣੇ ਆਵਾਮ ਨੂੰ ਜਾਣੂ ਕਰਾਈਏ। ਬਹੁਤ ਸਾਰੇ ਲੋਕ ਆ ਦੁਨੀਆ ਦੇ ਵਿੱਚ, ਤਕਰੀਬਨ ਜਿਹੜੇ 80% ਤੋਂ ਵੱਧ ਲੋਕ ਆ ਜਿਹੜੇ ਆਦੀਆਂ ਵਿਆਦੀਆਂ ਤੋਂ ਜਿਹੜੇ ਗ੍ਰਸਤ ਆ, ਆਪਣੀ ਮਾਨਸਿਕ ਪੀੜਾ ਤੋਂ ਗ੍ਰਸਤ ਆ, ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਂਦੇ ਆ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਾਉਣ ਲਈ ਉਹਨਾਂ ਸਥਾਨਾਂ ਤੇ ਜਾਣ ਜਿਨ੍ਹਾਂ ਤੋਂ ਉਹਨਾਂ ਨੂੰ ਕੋਈ ਆਰਾਮ ਜਾਂ ਕੋਈ ਫਾਇਦਾ ਜਾਂ ਨਾਮ ਸਿਮਰਨ ਦੀ ਦਾਤ ਮਿਲਦੀ ਆ, ਤਾਂ ਕਿ ਉਹਨਾਂ ਦੇ ਲੋਕ ਜਿਹੜੇ ਇਕੱਠੇ ਜਾਣ। ਇਸੇ ਲੜੀ ਦੇ ਤਹਿਤ ਅੱਜ ਅਸੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਖਾਨਪੁਰ ਵਿਖੇ ਪਹੁੰਚੇ ਹਾਂ, ਜਿੱਥੇ ਡੇਰਾ ਬਾਬਾ ਗੋਬਿੰਦ ਦਾਸ ਜੀ ਹੈ। ਗੋਬਿੰਦ ਦਾਸ ਜੀ ਬਾਬਾ ਜੀ ਦੇ ਡੇਰੇ ਤੇ ਅਸੀਂ ਉਹਨਾਂ ਦੇ ਮੁੱਖ ਸੇਵਾਦਾਰ ਬਾਬਾ ਰਵਿੰਦਰ ਦਾਸ ਜੀ, ਉਹਨਾਂ ਦੇ ਨਾਲ ਡੇਰੇ ਦੇ ਇਤਿਹਾਸ ਸੰਬੰਧੀ ਗੱਲ ਕਰਾਂਗੇ, ਤਾਂ ਕਿ ਜਿਹੜੇ ਸਾਡੇ ਲੋਕ ਆ ਇੱਥੇ ਦਰਸ਼ਨ ਕਰਕੇ ਆਪਣੇ ਕਿਸੇ ਵੀ ਕਿਸਮ ਦੀ ਜਿਹੜੀ ਪੀੜਾ ਉਹ ਨਾਮ ਸਿਮਰਨ ਦੇ ਬੰਦਗੀ ਦੇ ਨਾਲ ਇਤੋਂ ਦੂਰ ਕਰ ਸਕਣ। ਸੋ ਬਾਬਾ ਰਵਿੰਦਰ ਦਾਸ ਜੀ, ਤੁਹਾਡਾ ਸਵਾਗਤ ਹੈ ਜੀ BBC ਪੰਜਾਬ ਤੇ ਜੀ। ਬਾਬਾ ਜੀ, ਅੱਜ ਅਸੀਂ ਤੁਹਾਡੇ ਦਰਬਾਰ ਤੇ ਡੇਰੇ ਤੇ ਜਿਹੜਾ ਬਾਬਾ ਗੋਬਿੰਦ ਦਾਸ ਜੀ ਆ, ਇਹਦਾ ਇਤਿਹਾਸ ਬਾਰੇ ਜਿਹੜੇ ਆ ਸਾਡੇ ਸਮੂਹ ਸਰੋਤਿਆਂ ਨੂੰ ਜ਼ਰੂਰ ਦੱਸੋ ਜੀ। ओम श्री चंद्राय नमः, जो कि बाबा श्री चंद्र महाराज जी के पवन पवित्र आशीर्वाद के नाल बाबा गोविंद दास महाराज जी का डेरा स्थापित है, डेरा खानपुर विखे और जिला ऊना हिमाचल प्रदेश। मैं संत रविंद्र दास डेरा बाबा गोविंद दास के मुख सेवादार की सेवा निभा रहे हैं और सानू तीसरी पीढ़ी के विच असी सेवा करते हैं। इस डेरे के विच पहले साडे पिता जी संत बाबा ज्ञानदास जी सेवा करते सी, तो और उस तो बाद 26 तो फरवरी ते फिर संतां जी ने चोला छड़ दिता। उस तो उपरंत सानू सेवा की संबंधी दात मिली, तो 20 साल तो असी सेवा कर रहे हैं इस दर। तो जी ਦੋਸਤੋ, ਬਾਬਾ ਰਵਿੰਦਰ ਦਾਸ ਜੀ ਨੇ ਦੱਸਿਆ ਕਿ ਉਹਨਾਂ ਦੀ ਇਹ ਤੀਜੀ ਪੀੜ੍ਹੀ ਆ। ਇਹ ਬਾਬਾ ਰਵਿੰਦਰ ਦਾਸ ਜੀ ਦੀ, ਇਹਨਾਂ ਤੋਂ ਪਹਿਲਾਂ ਉਹਨਾਂ ਦੇ ਗੁਰੂ ਪਿਤਾ ਜੀ ਸੇਵਾ ਕਰਦੇ ਸੀ ਬਾਬਾ ਗੋਬਿੰਦ ਦਾਸ ਜੀ ਤੇ ਗੱਲ ਕਰੀਏ ਇਤਿਹਾਸ ਦੀ। ਇਤਿਹਾਸ ਦੇ ਨਾਲ, ਇਤਿਹਾਸ ਦੇ ਪੰਨਿਆਂ ਦੇ ਨਾਲ ਜੋੜਦੇ ਹਾਂ ਜਿਹੜਾ ਇਤਿਹਾਸ ਵੀ ਆਪਾਂ ਇਸ ਡੇਰੇ ਦੀ ਦਰਬਾਰ ਦੀ ਗੱਲ ਕਰਦੇ ਹਾਂ। ਅਸੀਂ ਅਕਸਰ ਦੇਖਦੇ ਹਾਂ ਸੰਤਾਂ ਮਹਾਂਪੁਰਸ਼ਾਂ ਦੇ ਬਹੁਤ ਜ਼ਿਆਦਾ ਲੋਕ ਸੰਤਾਂ ਦੇ ਮੇਲੇ ਲੱਗਦੇ ਆ ਜਿਨ੍ਹਾਂ ਨੇ ਬੰਦਗੀ ਕੀਤੀ ਆ। ਇਸੇ ਤਰ੍ਹਾਂ ਜਿਹੜਾ ਇੱਥੇ ਡੇਰੇ ਦੇ ਵਿੱਚ ਲੋਕ ਆਉਂਦੇ ਆ, ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਪਾਲਿਆ ਜਾਂਦਾ ਤੇ ਲੋਕਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਨਾਲ ਜੋੜਿਆ ਜਾਂਦਾ ਤੇ ਨਾਲ ਦੀ ਨਾਲ ਉੱਥੇ ਉਹਨਾਂ ਦੇ ਜਿਹੜੇ ਦੁੱਖਾਂ ਕਸ਼ਟਾਂ ਦੀ ਉਹਨਾਂ ਅਰਦਾਸ ਬੇਨਤੀ ਦੇ ਨਾਲ ਇੱਥੇ ਉਹਨਾਂ ਤੋਂ ਨਿਜਾਤ ਦਿਲਾਈ ਜਾਂਦੀ ਆ। ਗੱਲ ਅਸੀਂ ਕਰਦੇ ਹਾਂ ਡੇਰਾ ਬਾਬਾ ਗੋਬਿੰਦ ਦਾਸ ਦੀ। ਬਾਬਾ ਜੀ, ਇਸ ਡੇਰੇ ਤੇ ਤੁਸੀਂ ਪਿਛਲੇ 20 ਸਾਲ ਤੋਂ ਸੇਵਾ ਕਰਦੇ ਹੋ। ਇਸ ਡੇਰੇ ਦੇ ਜਿਹੜੇ ਮਹਾਂਪੁਰਸ਼ ਬਾਬਾ ਗੋਬਿੰਦ ਦਾਸ ਜੀ, ਅਸੀਂ ਸ਼ੁਰੂ ਕਰੀਏ ਗੁਫ਼ਤਗੂ ਆਪਣੀ ਤੇ ਗੋਬਿੰਦ ਦਾਸ ਜੀ ਦੇ ਜੀਵਨ ਸੰਬੰਧੀ ਜਿਹੜੀ ਆ ਆਪਾਂ ਵਿਚਾਰ ਚਰਚਾ ਕਰਦੇ ਸੀ, ਵਿਚਾਰ ਗੋਸ਼ਟੀ ਕੀਤੀ ਸੀਗੀ। ਕਿਵੇਂ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਕਿਵੇਂ ਬੰਦਗੀ ਵਾਲੇ ਸਾਧੂ ਸੀ, ਕਿਵੇਂ ਉਹਨਾਂ ਦੇ ਜਿਹੜੇ ਅੰਤਰ ਦੇ ਪ੍ਰਤੱਖ ਰੂਪ ਦੇ ਵਿੱਚ ਸੰਗਤਾਂ ਦੇ ਵਿੱਚ ਕਿਵੇਂ ਉਹ ਪ੍ਰਗਟ ਹੋਏ ਜੀ। ਅਜਨੋਹਾ ਜੀ ਕਿ ਬਾਬਾ ਗੋਬਿੰਦ ਦਾਸ ਮਹਾਰਾਜ ਜੀ ਬਾਲ ਬਚਪਨ ਤੋਂ ਹੀ ਕੁਝ ਅਲੱਗ ਬੱਚਿਆਂ ਦੇ ਨਾਲੋਂ ਹਟ ਕੇ ਸੀਗੇ। ਉਹਨਾਂ ਦੀ ਜੋ ਬਿਰਤੀ ਸੀ ਪਰਮਾਤਮਾ ਦੇ ਨਾਲ ਜ਼ਿਆਦਾ ਪ੍ਰੀਤ ਹੋਇਆ ਕਰਦੀ ਸੀ। तो जो माता पिता से बाबा गोविंद दास महाराज जी दे श्री बीरू राम जी उन्होंने पिता थे और माता राज राणी जी उन्होंने माता सी। तो उन्होंने गोद में उन्होंने बाबा गोविंद दास महाराज जी ने खेल के बड़े हुए। तो परमात्मा की असीम कृपा थी, थोड़े बाकी बच्चों के नालों हट के उन्होंने सुभाव सी जो कि मनमतिया तरीके दे नाल जिथे चले जाना उत्थे जाके बैठ जाना और अपने घर के नालों दूसरे के घर जाके प्रसादा छकना और जल पानी पीना, दुध पीना और उन्होंने आशीर्वाद देना कि तुसी बधो करो। तो बाबा गोविंद दास महाराज जी घूम घूम के हर एक घर दे विच जाके अपना खाना पालना पोषणा करते रहे और जाके उन्होंने आशीर्वाद देंदे रहे। थोड़े जे बड़े हुए 6-7 साल के तो घर तो पिंड तो बाहरले पासे भी जान लग पे। तो जो बाहर सड़क तक पहुँचन लग पे 6-7 साल के जो बाहर चले गए तो एक दिन ऐसा आया कि बेलने ते चले गए जाके रस पीता जी बाबा गोविंद दास महाराज जी। तो रस पीता, गुड़ खादा, तो शाम पै गई। जोड़े गुड़ कढ़न वास्ते आए थे जिमीदार वो कहने लगे जाओ बच्चों अपने घर चले जाओ, रात्रि हो गई। तो बाबा गोविंद दास महाराज जी कहते सानू होर रस दो। तो उन्होंने डांट मारी कि जा हुण तैनूं रस नहीं असीं देना, कि असीं अपना काम करना है, तो अपने घर चला जा। तो बाबा गोविंद दास महाराज जी ने गुस्से दे विच आके अपने दंदां नूं घुट लिया। जदों दंदां बीड़ी नूं घुटिया ते उन्हां दा बेलना जिहड़ा सी ओह जाम हो गया। और जदों बेलना जाम हो गया उन्हां दे बैलां ने जदों जोर मारिया ते ओह जिहड़ी लक्कड़ दी पाई हुई नूं गाधी कहंदे जी ओह टुट गई। ते जदों टुटण तो बाद बाबा जी ने चौड़ी बनाई ते चौड़ी बजा के हੱਸ पए। कहण लगे तुसीं मैनूं डांट मारी है, मैं तां तुहाडा तोड़िया, तुसीं मैनूं रस पीण तो मना कीता। उन्होंने कहा बेटा ये किस तरह हो गया, तू साडे को रस पी पर अगे नूं इदां ना करी, साडे ते दूसरा दिन भी खराब हो जाना। तो
ਜਿਹੜੀ ਇੱਕ ਰਸ ਕੱਢ ਕੇ ਦੂਸਰੇ ਵਾਲੇ ਜ਼ਿਮੀਂਦਾਰ ਆ ਜਾਇਆ ਕਰਦੇ ਸੀ। तो बाबा जी उन्होंने परिवार वाले दस देंगे एक संत ही है, इसकी सेवा करियो बई, इन्हों गुड़ खिला दियो, ਤੁਹਾਡਾ ਕੰਮ ਜ਼ਿਆਦਾ ਠੀਕ ਹੋ ਜਾਵੇਗਾ। ਮਹਾਂਪੁਰਸ਼ ਦੋਸਤੋ ਬਾਬਾ ਜੀ ਦੇ ਦੱਸਣ ਮੁਤਾਬਕ ਜਿਵੇਂ ਅਸੀਂ ਇਹਨਾਂ ਦੀ ਗੱਲਬਾਤ ਸੁਣਦੇ ਹਾਂ, ਮਹਾਂਪੁਰਸ਼ ਬਾਬਾ ਗੋਬਿੰਦ ਦਾਸ ਜੀ ਇੱਕ ਮਸਤ ਰੂਹ ਸੀਗੇ ਜਿਨ੍ਹਾਂ ਨੂੰ ਕੋਈ ਜਹਾਨ ਦੇ ਨਾਲ ਲੈਣ ਦੇਣ ਦਾ ਮਤਲਬ ਨਹੀਂ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਇਸ ਰੂਪ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਪ੍ਰਗਟ ਹੋਣ ਲਈ ਕਿਤੇ ਨਾ ਕਿਤੇ ਗੁਰੂ ਦੀ ਲੋੜ ਪੈਂਦੀ ਆ, ਪਰ ਉਸ ਅਵਸਥਾ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਸੀਗਾ ਪਤਾ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਚੀਜ਼ ਸੀ ਵੀ ਅਸੀਂ ਚੀਜ਼ ਲੈਣੀ ਆ। ਆਮ ਪਿੰਡਾਂ ਦੇ ਵਿੱਚ ਬੇਲਣੇ ਚੱਲਦੇ ਸੀਗੇ। ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਵੀ ਜਦੋਂ ਕਈ ਵਾਰ ਬੱਚੇ ਜਾਂਦੇ ਆ ਤਾਂ ਕਈ ਵਾਰ ਦੋ ਕਿਵੇਂ ਕਿਸ ਦੇ ਨਾਲ ਵੱਜਦੀ ਆ, ਉਹ ਸਾਡੇ ਲਈ ਜਿਹੜੀ ਆ ਸਾਨੂੰ ਉਹ ਜਿਹੜੀ ਸਾਡੀ ਅੱਖੋਂ ਦੇਖਣ ਵਾਲੀ ਹੁੰਦੀ ਤੇ ਉਸ ਵੇਲੇ ਉਹ ਜ਼ਿਮੀਂਦਾਰਾਂ ਵੱਲੋਂ ਕੀਤਾ ਗਿਆ। ਤੇ ਮਹਾਂਪੁਰਸ਼ ਬਚਪਨ ਦੇ ਵਿੱਚ ਸੀਗੇ, ਮਸਤ ਰੂਪ ਦੇ ਵਿੱਚ ਸੀ, ਕੋਈ ਬਾਲ ਅਵਸਥਾ ਸੀਗੀ, ਉਹਨਾਂ ਨੇ ਇਸ ਤਰ੍ਹਾਂ ਦੀ ਘਟਨਾ ਨੂੰ ਇੱਕ ਅਲੌਕਿਕ ਘਟਨਾ ਹੋਈ ਜਿਹਦੇ ਨਾਲ ਉਹਨਾਂ ਦਾ ਇੱਕ ਪ੍ਰਗਟ ਹੋਣਾ ਜਿਹੜਾ ਸ਼ੁਰੂ ਹੋ ਗਿਆ ਜੀ। उन्होंने जिस वेले बाबा जी अगले दस दिता कि इहदी सेवा करियो, तो उन्होंने जाके जो बाबा जी ने गुड़ दिता ते और रस पिलाया और खाना भी खिलाने लग पे, सेवा करन लग पे, तो की देखते कि जिहड़ी साडी फसल है जिथे 10 किलो गुड़ निकलदा उत्थे 15 किलो निकलण लग पिया, जिथे 15 उत्थे 20 5-4 किलो का वाधा होण लग पिया। वो बड़े प्रसन्नता दे नाल सारे पिंड वाले आके सेवा करते और बाबा जी नूं नमस्कार करते और अपना कपड़ा लीड़ा भी दे देना, ढक देना कि बेटा रात में तेनों ठंड ना लग जाए, खेस दे देना। तो बाबा जी मस्ती दे नाल अपना उत्थे जाके रात बतीत करनी। समा चलदा गया तो एक दिन ऐसा भी आया कि जेड़ा जेजों पिंड है और उत्थे की सीगा कि ट्रेन रेल उत्थे आया करदी सी, अंग्रेज शासन की पुरातन स्टेशन सीगा। तो इत्थों ऊठ लद के हिमाचल नूं राशन जाया करदा सीगा। तो जो ऊठ के उत्ते समान लद के जाना तो जो समान लैके ऊठ वाले आया करते सी, अक्सर बेलणियां ते सरावां घर ते रात बतीत करते सीगे जी। तो एक दिन ऐसा आया कि एक ऊठ वाला उत्थे आके रुकिया, उन्होंने कहा कि आ बच्चा पिया होया है, असीं देखदे कि रात्रि ज़्यादा हो गई, इन्हूं कोई लैण नहीं आया ते तुसीं भी चल पे। वो कहण लगे नहीं, जिहड़ा दूसरी बारी आएगा वो इसनूं आके गुड़ रोटी पानी खिला देगा, हुण असीं इत्थों अपना रस कढ के गुड़ कढ के अपने घर जा रहे हैं। तो बेलने वाला पुछण लगा, कहंदे ये बाबा है, इहनूं जो मंगदे असीं साडी मानता भी पूरी हुंदी। उन्होंने सोचा कि मेरे ऊठ दे विच जिहड़ा समान लद्या होया ये हल्का भी है और जे ज़्यादा दामां नाल विक जावे तो बाबा मैं तेरा आके मत्था टेक दूं, क्योंकि हर लालसा होया करदी व्यापारी नूं। नमस्कार करके चला गया। उन्हें जाके उसने अपना जिहड़ा ऊठ दा समान बेचिया तो उसका ज़्यादा पैसों का बिकिया। उस हिसाब दे नाल जो उसने दाम जिहड़े सीगे वो ज़्यादा मिले। उन्हें आके सोचा कि मैं पहला जाके बाबे नूं मत्था टेका, नमस्कार करा। आके नमस्कार की। एक दिन रुक गया और रात सवेर हो गई पर जान उसका मन ना करे जी कि मैं घर खाली नहीं जाना, मेरे घर औलाद नहीं, जे हो सके तो मैं इस बाबे नूं अपने घर ले जाऊं। तो उन्होंने सोच के अपने ऊठ ते बाबा जी नूं बहा लिया। किसी जिमींदार नूं पुछया, तुहाडे बाबे नूं मैं कुछ दिन वास्ते अपने घर ले जाना है, मैं छड़ जावांगा। वो कहंदे तू ले जा, इत्थे किहड़ा कोई देखदा, ये बाबा ही है। ते जाके बाबा जी नूं अपने ऊठ ते बहाल के अपने उस वेले बॉर्डर नहीं था, ये 47 तो पहला दियां ही गलबात है। तो बाबा जी नूं तो बाबा जी नूं पाकिस्तान दे शहर उस शहर विच ले गए और जाके पालना पोसना की। बाबा जी की सेवा भी करते रहे। बाबा जी ने एक घर का एक अपना मैंबर बना लिया और उसके घर औलाद भी हुई। तो बाबा जी उसके घर विच जाके पशु भी चारने, सेवा भी करनी और घर वांग ही रहना। तो एक दिन ऐसा आया कि संतां दी एक टोली जिस विच संत लोग आके जंगल दे विच बैठ गए। बाबा गोबिंद दास महाराज जी के पास आके अर्ध शरीर लैके आए और चिप्पी अगे कर दी। बाबा जी ने उस चिप्पी लैके उस दुध के नाल मझ नूं चो के चिप्पी भर के साधु नूं दुध पिलाता। 3-4 दिन पिलांदे रहे। संतां ने पूछा, बेटा तैनूं साडे कोलों डर नहीं लग्या, साडा अर्ध शरीर है? कहण लगे नहीं, मैनूं ते बाल बचपन दे विच ही तुसीं दर्शन दिंदे, ऐसे संत लोग मेरे कोल बचपन से ही आया करते हैं। तो चिप्पी उन्हां दे हाथ विच, मैं सोचा कि मेरे पास होर ते कुछ नहीं, मैं तुहानूं दुध पा के दिंदा रहा। कहण लगे बेटा तू ते कुछ अनोखा बेटा है, तू चल साडे नाल, तू इस परिवार का बेटा नहीं है जी, तू एक होर चीज़ है, संत लोग है, तू साडे नाल चल, साडी मंडली विच आ जा। तो बाबा गोबिंद दास महाराज जी ने अपनी मंडली विच लैके चले गए और जदों मंडली दे विच लैके कई कुछ समा बिताण तो बाद उन्होंने अपनी जो मर्यादा अनुसार, जो सिक्ख्या के अनुसार गुर प्रणाली बाबा श्री चंद्र महाराज जी की सीगी, उसदे विचों बाबा गोबिंद दास महाराज जी नूं उन्होंने अपनी गुर विद्या सिखाई। सिखाण तो बाद गुर शब्द दे के
ਕਿ ਜਾਓ ਆਪਣੇ ਇਲਾਕੇ ਵਿੱਚ ਭਲਾ ਕਰਨਾ। ਬਾਬਾ ਗੋਬਿੰਦ ਦਾਸ ਮਹਾਰਾਜ ਜੀ ਨੂੰ ਸਵਾਲ ਰੱਖਿਆ ਕਿ ਸੰਤ ਬਣਾਉਣ ਤੋਂ ਪਹਿਲਾਂ ਪ੍ਰੀਖਿਆ ਦੇਣੀ ਪੈਂਦੀ। ਅੱਜ ਵੀ ਜਿਹੜੇ ਐਗਜ਼ਾਮ ਦੇਣੇ ਪੈਂਦੇ ਸਕੂਲਾਂ ਦੇ ਵਿੱਚ, ਬੱਚੇ ਪੜ੍ਹਨ ਤੋਂ ਬਾਅਦ ਐਗਜ਼ਾਮ ਦੇਣੇ ਪੈਂਦੇ, ਇਸੇ ਤਰ੍ਹਾਂ ਬਾਬਾ ਜੀ ਪਾਸ ਜਿਹੜਾ ਐਗਜ਼ਾਮ ਰੱਖਿਆ ਗਿਆ ਕਿ ਬੇਟਾ ਸਾਨੂੰ ਤੂੰ ਪ੍ਰਸ਼ਾਦਾ ਛਕਾ, ਪਰ ਇੱਕ ਬਰਤਨ ਦਾ ਹੋਣਾ ਚਾਹੀਦਾ। ਬਾਬਾ ਜੀ ਕਹਿਣ ਲੱਗੇ ਠੀਕ ਹੈ। ਬਾਬਾ ਜੀ ਨੇ ਇੱਕ ਫੁੱਟਾ ਹੋਇਆ ਘੜਾ ਲਿਆ, ਉਸ ਦੇ ਵਿੱਚ ਦਾਲ ਲੈ ਕੇ ਆਪਣੇ ਚਲੇ ਗਏ ਜੰਗਲ ਦੇ ਵਿੱਚ, ਅੱਗ ਬਾਲ ਕੇ ਉਸ ਦੇ ਵਿੱਚ ਦਾਲ ਉਬਾਲ ਕੇ ਆਪਣੀ ਚਿੱਪੀ ਦੇ ਵਿੱਚ ਪਾ ਲਈ। ਚਿੱਪੀ ਦੇ ਵਿੱਚ ਪਾਉਣ ਤੋਂ ਉਸੇ ਠੀਕਰੇ ਦੇ ਵਿੱਚ ਆਟਾ ਗੁੰਨ ਕੇ ਆਪਣੇ ਪਰਨੇ ਦੇ ਵਿੱਚ ਪਾ ਲਿਆ। ਪਰਨੇ ਦੇ ਵਿੱਚ ਪਾਉਣ ਤੋਂ ਬਾਅਦ ਉਲਟਾ ਕਰਕੇ ਸਾਫ਼ ਕਰਕੇ ਉਸੇ ਠੀਕਰੇ ਤੇ ਰੋਟੀ ਬਣਾਤੀ, ਪ੍ਰਸ਼ਾਦਾ ਬਣਾ ਕੇ ਪਰਨੇ ਦੇ ਵਿੱਚ ਲਪੇਟ ਕੇ ਠੀਕਰੇ ਦੇ ਵਿੱਚ ਦਾਲ ਲੈ ਕੇ ਗੁਰੂ ਜੀ ਨੂੰ ਅਰਪਣ ਕਰ ਦਿੱਤੀ। ਕਹਿਣ ਲੱਗੇ ਬੇਟਾ ਇੱਕ ਬਰਤਨ ਦਾ ਹੈ। ਮਹਾਰਾਜ ਕੋਸ਼ਿਸ਼ ਕੀਤੀ ਹੈ। ਜਦੋਂ ਬਾਬਾ ਜੀ ਦੇ ਗੁਰੂ ਬਾਬਾ ਰਾਮਦਾਸ ਜੀ, ਬਾਬਾ ਮੱਖਣ ਦਾਸ ਜੀ ਨੇ ਪ੍ਰਸ਼ਾਦਾ ਛਕਿਆ, ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਜਾ ਬੇਟਾ ਤੂੰ ਆਪਣੇ ਇਲਾਕੇ ਦਾ ਭਲਾ ਕਰ। ਔਰ ਬਾਬਾ ਜੀ ਨੂੰ ਗੁਰਮਰਿਆਦਾ ਜਿਹਨੂੰ ਅਸੀਂ ਸਿੱਲੀ ਦੀਕਸ਼ਾ ਦਿੱਤੀ ਜਾਂ ਗੁਰਪ੍ਰਸਾਦ ਪ੍ਰਣਾਲੀ ਦੇ ਵਿੱਚ ਬਾਬਾ ਜੀ ਨੂੰ ਤੂੰਬਾ ਤੇ ਜੋ ਚੋਲਾ ਪਹਿਨਾਇਆ ਗਿਆ ਸੀ, ਸੰਤ ਪੂਰਨ ਬਣਾਇਆ ਗਿਆ ਸੀ। ਔਰ ਉਹ ਦਿਨ ਨੂੰ ਹੀ ਅਸੀਂ ਮਨਾਇਆ ਕਰਦੇ ਹਾਂ, ਜੋ ਕਿ ਹਾੜ ਦੀ 15 ਤਰੀਕ ਨੂੰ ਆ ਰਿਹਾ ਹੈ। तो इस साल भी ਅਸੀਂ ਮਨਾਣਾ ਹੈ। तो दूर दूर तो संगतां आंदियां है। बाबा गोबिंद दास महाराज जी अपने अस्थाना ते अपने नगरी वाल आण लग पे। कुछ देर लगी क्योंकि रास्ते का भी पता नहीं सीगा, समय आण तो रास्ते भी बदल गए सी। तो बाबा जी हौली हौली संगतां नूं नाल लैके आनंदपुर साहब वाल दी हुंदे होए ते अपने डेरे विखे आए। बाबा जी ने इत्थे चिमटा कढिया, चिमटा कढ़ के और भगती भजन शुरू कर दिता। और जिन्हां संगतां दियां मनोभावना दूर दूर तो पता लग्या कि अज एक संत साडी नगरी विच आया जो कि बहुत देर ते लोकां दे चर्चा विषय विच भी था कि जिन्हां ने गुड़ जिहड़े खा के जिन्हां ने अपनी पुरानी दसी कि इस तरह साडी गुड़ दा वाधा होया करदा सी। लोकां दे विच चर्चा हो गई। सारे लोग आके बाबा गोबिंद दास महाराज दे चरण च आए कि संत जी साडियां आशा पूरी करो। बाबा जी ने इत्थे आके जल पिलाना और कहना कि सिमरन करो, भजन करो, भाई दया करो, दान करो, पुण्य करो, अपने जीवन में खुशहाली लियाओ, आशीर्वाद लैके जाना ते उन्हां दी मनोभावना पूरीआं होणीआं। तो जो इसी तरह अपनियां भावना ਨੂੰ ਪੂਰੀਆਂ ਕਰਦੇ ਹੋਏ ਸੰਗਤਾਂ ਜੁੜਦੀਆਂ ਗਈਆਂ। ਅੱਜ ਤੱਕ 100 ਸਾਲ ਤੋਂ ਜ਼ਿਆਦਾ ਇਸ ਡੇਰੇ ਨੂੰ ਹੋ ਚੁੱਕਿਆ ਹੈ, ਜੋ ਕਿ ਇਸ ਡੇਰੇ ਦੀ ਸੇਵਾ ਤੇ ਅਸੀਂ ਵੀ ਉਸੇ ਤਰ੍ਹਾਂ ਹੀ ਜੋ ਇੱਥੇ ਆਂਦਾ ਉਹਦੀ ਅਰਦਾਸ ਬੇਨਤੀ ਕਰਦੇ ਹੈ, ਉਸ ਦੀ ਮਨੋਭਾਵਨਾ ਪੂਰੀ ਹੁੰਦੀ ਹੈ। ਜਿਸ ਦੀ ਭਾਵਨਾ ਪੂਰੀ ਹੁੰਦੀ ਹੈ ਉਹ ਡੇਰੇ ਤੇ ਆ ਕੇ ਸੇਵਾ ਕਰਦਾ ਹੈ ਔਰ ਸਿਮਰਨ ਕਰਦਾ ਹੈ, ਇਸ ਦਰ ਤੋਂ ਖੁਸ਼ੀਆਂ ਲੈ ਕੇ ਆਪਣੇ ਘਰ ਜਾਂਦਾ ਹੈ। तो महाराज बाबा गोबिंद दास महाराज जी के बड़े श्रद्धालु हुए जो कि देश प्रदेश में बैठे हुए हैं, अज भी वो सेवा करते हैं। तो दास उन्होंने सेवा के नाल यही मंग करता है कि प्रभु अकाल पुरख बाबा श्री चंद्र महाराज इस दर से जो भी आवे सब दियां झोलियां भर के जावे, सब दियां मनोभावना पूरी होण, सब दे दुख क्लेश दूर होवे, इस संसार का भला होवे, इस देश का भला होवे और सर्वत का भला मंगते हैं। धन बाबा गोबिंद दास महाराज जी ने यही अपने जीवन में सानू भी सिखाया, असीं उन्हां दी पूर्ण चलण की कोशिश करते हैं। तो अजनों जी इन्हां शब्दों के नाल धन्नवाद करते हैं। होईयां भुलां दी खेमा जाचक। जय गुरुदेव, धन गुरुदेव। बहुत बहुत धन्यवाद बाबा रविंदर दास जी। दोस्तों ये सन बाबा रविंदर दास जी मुखी बाबा डेरा गोबिंद दास जी, जिन्हों ने सानू डेरे के इतिहास बारे दसिया ते किस तरह दसिया कि जिमें आम प्रीख्या नौजवानों के बच्चों की होंगी है, इस तरह महापुरुष भी प्रीख्या लैंदे सी। अपना आम लोगों को लगता है कि चेले बन जाना, साध बन जाना, भगने पालने बड़ा सौखा काम है, पर यह बहुत सौखा काम है। इस राह से चलना बहुत कठिनाइयां का भरिया है। किस तरह महापुरुषों ने अपनियां उन्होंने प्रीख्यावां लैके तां किते जाके गुरु दीक्षा दिंदे आ। सो दोस्तों इस चैनल के माध्यम राहीं जिहड़ा डेरा गोबिंद दास दा इतिहास असीं आप जी नूं दिखाउण दी कोशिश कीती है। BBC पंजाब लई खानपुर ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।